रोल ले भाई, मेरा तो मैं शॉट ले रहा हूँ। कर दो जी शुरू कराइए जी। हाँ जी वो भी क्या है लाइव है सर 2 मिनट हो गए आज दोबारा कोई ना पूछा 2 मिनट हेडफोन करें, ठीक है सर करिए। सो आज श्रोमणी गुरुद्वारा प्रबंध कमेटी की जो एग्जीक्यूटिव कमेटी की मीटिंग की गई है तो इसलिए श्रोमणी कमेटी का जो बच इजलास थी कोरोना कारण लॉकडाउन होने कारण वो नहीं हो सकिया। इसलिए असं 3 महीनों का जो साढ़े खर्चे दी प्रवानगियां दित्तियां सी जिहड़ियां हुण तक ਉਹਦਾ ਡੇਟ ਸੀ ਤਾਂ ਅੱਜ ਅਸੀਂ ਅਗਲੇ 3 ਮਹੀਨਿਆਂ ਦੇ ਵਾਸਤੇ ਇਹਨਾਂ ਹਾਲਾਤਾਂ ਨੂੰ ਬੁੱਕ ਕਰਦੇ ਹਾਂ ਕਿਉਂਕਿ ਪ੍ਰੈਕਟਿਸ ਕਰਨਾ ਬਹੁਤ ਸੰਭਵ ਨਹੀਂ ਹੈ, ਇਜਲਾਸ ਕਰਨਾ ਸੰਭਵ ਨਹੀਂ ਹੈ। इसलिए अगले 3 महीनों के हर तरह के खर्चों की जी है अज भी साड़ी सैक्टर कमेटी ने वो प्रवानगी दी गई है। दूसरा ये है वो साढ़े जो तरीक के खर्चे होंगे। दूसरा ये श्रोमणी गुरुद्वारा प्रबंध कमेटी की 100 साल जो स्थापना दिवस है वो आ रहा है, जो बहुत ही विशाल पद्धर से 15 नवंबर 2020 को ये स्थापना दिवस मनाया जाएगा। ये 15 नवंबर 2020 ये श्री अकाल तख्त साहब गुरुद्वारा श्री मंजी साहब दीवान हाल अमृतसर विखे सारे बड़े जो समागम ने वो किए जाएंगे। इस तो अलावा जो श्रोमणी गुरुद्वारा प्रबंध कमेटी का मानवता इतिहास है, कुर्बानियां भरिया इतिहास है और जो हुण तक श्रोमणी कमेटी की कारगुजारी है जो काम किए गए हैं वो बारे सारी एक डॉक्यूमेंट्री फिल्म तैयार की जाऊगी और श्रोमणी गुरुद्वारा प्रबंध कमेटी का जो इतिहासक पिछोकड़ है, विकास योजना योगदान जो हम तक किया प्राप्तियां की नहीं एक विशेष और विद्वानों तो किताबां जिहड़ियां ने वो तैयार करवाई जाएंगियां और श्रोमणी गुरुद्वारा प्रबंध कमेटी वालों भी विशेष किताब तैयार की जाएगी क्योंकि संस्था के शाना मत इतिहास बारे ਵੱਖ-ਵੱਖ यूनिवर्सिटियां ते कालजां दे विच सैमीनार भी कराए जाएंगे। पंजाब दे विच भी और दिल्ली विच भी एक सैमीनार कराया जाएगा। बॉम्बे साडा खालसा कॉलेज है उत्थे भी कराया जाएगा। तो इस तो अलावा ये सब कमेटियां भी सारियां बनाई जाएगियां जो ਵੱਖ-ਵੱਖ तरह के जो प्रोग्राम ने वो सारे करवाएंगे। इस तरह श्री ननकाना साहिब के शहीदी साके की पहली शताब्दी जी है
ਉਹ 21 ਫਰਵਰੀ 2021 ਨੂੰ ਆ ਗਈ ਹੈ, ਉਹਨੂੰ ਵੀ ਕੌਮਾਂਤਰੀ ਪੱਧਰ ਤੇ ਮਨਾਇਆ ਜਾਵੇਗਾ। ਇਹ 21 ਫਰਵਰੀ 2021 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਇੱਕ ਵਿਉਂਤਬੰਦੀ ਜਿਹੜੀ ਸਾਰੀ ਉਹ ਤਿਆਰ ਕੀਤੀ ਗਈ ਹੈ। ਇਸ ਸੰਬੰਧ ਵਿੱਚ ਵੱਖ-ਵੱਖ ਦੇਸ਼ਾਂ ਦੇ ਸੈਮੀਨਾਰ ਤੇ ਹੋਰ ਸਮਾਗਮ ਵੀ ਕਰਾਏ ਜਾਣਗੇ। ਇਹਦਾ ਮੁੱਖ ਸਮਾਗਮ ਹੋਏਗਾ 1 ਮਈ 2020 ਨੂੰ ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ। ਸੈਮੀਨਾਰ ਤੇ ਹਰ ਸਤਾਬਦੀ ਦੇ ਵੱਖ-ਵੱਖ ਜਥੇਬੰਦੀਆਂ श्री गुरु तेग बहादुर साहब जी का 400 साला प्रकाश गुरपुरब मनाने लई जिहड़ी सारी वियोगबंदी तैयार की गई है। इस संबंध में ਵੱਖ-ਵੱਖ देशों के सैमीनार ते समागम भी जिहड़े ने वो किए जाएंगे। मुख्य समागम 1 मई 2021 ਨੂੰ श्री ਅੰਮ੍ਰਿਤਸਰ विखे ਜਿਹੜਾ ਕੀਤਾ ਜਾਵੇਗਾ। हर शताब्दी की ਵੱਖ-ਵੱਖ जथेबंदियां सभा सुसाइटियां ਅਤੇ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਜਿਹੜੇ ਨੇ ਸਾਰੇ ਉਹ ਕੀਤੇ ਜਾਣਗੇ। ਇਸ ਲਈ ਹਾਈ ਪਾਵਰ ਸਬ ਕਮੇਟੀਆਂ ਵੀ ਬਣਾਈਆਂ ਜਾਣਗੀਆਂ ਜਿਹੜੀਆਂ ਸਾਰੇ ਇਹਨਾਂ ਸਮਾਗਮਾਂ ਦੀ ਜਿਹੜੀ ਹੈ ਉਹ ਰੂਪ ਰੇਖਾ ਤਿਆਰ ਕਰੇਗੀ। ਸੋ ਇੱਕ ਅੰਤਰਿਮ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਬਾਰੇ ਗੁਰਦੁਆਰਾ ਸਾਹਿਬਾਨਾਂ ਦੇ 1-1 ਏਕੜ ਵਿੱਚ ਵਿਰਾਸਤੀ ਦਰਖਤ ਲਗਾਏ ਜਾਣਗੇ ਤਾਂ ਜੋ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ ਪੰਛੀਆਂ ਨੂੰ ਵੀ ਰਹਿਣ ਬਸੇਰਾ ਬਣਾਉਣ ਵਿੱਚ ਮਦਦ ਮਿਲ ਸਕੇ। 1-1 ਏਕੜ ਦੇ ਵਿੱਚ 1-1 ਏਕੜ ਸਾਰੇ ਗੁਰਦੁਆਰੇ ਦੇ ਵਿੱਚ ਹੋਣਗੇ। ਤਕਰੀਬਨ ਜਿੱਥੇ ਜ਼ਮੀਨਾਂ ਹੈਗੀਆਂ ਨੇ ਉਹਨਾਂ ਸਾਰੇ ਜਿਹੜੇ ਲੋਕਲ ਕਮੇਟੀਆਂ ਦੀ ਹੋ ਗਿਆ ਉਹ ਵੀ ਸ਼ਾਮਲ ਹੋਣਗੇ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹਾਂ ਸ਼੍ਰੋਮਣੀ ਕਮੇਟੀ ਦੀ ਲੋਕਲ ਕਮੇਟੀ ਹਾਂ ਇੱਕ ਜ਼ਿਲ੍ਹਾ ਦੀ ਵਿੱਚ ਇੱਕ ਸੰਘ ਰਾਸਰ ਲਾ ਦੇਣਾ ਵੀ ਜਿਹੜੀਆਂ ਟੁੱਟੇ ਜਾਂਦੇ ਗਏ ਹੋ ਗਏ ਜੰਗਲ ਨੂੰ ਤੈਅ ਬਣਾ ਕੇ ਪਾਉਣਾ ਗਿਆ। ਸੋ ਅੱਜ ਦਾ ਸਾਰਾ ਇਹ ਪ੍ਰੋਗਰਾਮ ਸੀ ਜਿਹੜਾ ਕਮੇਟੀ ਵਿੱਚ ਇੱਕ ਦੇਖੋ ਖੰਨਾ ਫੈਸਲੇ ਨਾਲ ਜਦੋਂ ਦਾ ਵੀ ਲੱਗਿਆ ਔਰ 22 ਮਾਰਚ ਤੋਂ ਲੈ ਕੇ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜਿੰਨੇ ਵੀ ਸਾਡੇ ਗੁਰਦੁਆਰਾ ਸਾਹਿਬ ਸਨ ਤਕਰੀਬਨ 90 ਗੁਰਦੁਆਰਾ ਸਾਹਿਬ ਪੰਜਾਬ ਹਰਿਆਣਾ ਹਿਮਾਚਲ ਤੇ ਚੰਡੀਗੜ੍ਹ ਵਿਖੇ ਸਾਰਿਆਂ 'ਚ ਲਗਾਤਾਰ ਲੋੜਵੰਦਾਂ ਲਈ ਗਰੀਬਾਂ ਲਈ ਲੰਗਰਾਂ ਦੀ ਜਿਹੜੇ ਤਿਆਰ ਕਰਕੇ ਸਾਰਾ ਦਿੱਤਾ ਜਾਂਦਾ ਸੀ ਉਹ ਲਗਾਤਾਰ ਚੱਲਦਾ ਰਿਹਾ। ਇਸੇ ਤਰ੍ਹਾਂ ਕਾਂਟਵਾਸ ਵਾਸਤੇ ਵੀ ਅਸੀਂ ਆਪਣੀਆਂ ਸਾਰਾ ਸੇਵਾਵਾਂ ਜਿਹੜੀਆਂ ਨੇ ਉਹ ਪੰਜਾਬ ਸਰਕਾਰ ਨੂੰ ਦਿੱਤੀਆਂ ਸੀ। ਜੀ ਬਹੁਤ ਸਾਰੇ ਵਿਅਕਤੀ ਜਿਹੜੇ ਨੇ ਕਾਂਟਵਾਸ ਸਾਡੇ ਸੇਵਾਵਾਂ ਵਿੱਚ ਕੀਤੇ ਗਏ, ਉੱਥੇ ਵੀ ਲੰਗਰ ਪਹੁੰਚਾਇਆ ਗਿਆ, ਹਸਪਤਾਲਾਂ ਵਿੱਚ ਵੀ ਲੰਗਰ ਪਹੁੰਚਾਇਆ ਗਿਆ। ਇਹਦੇ ਲਈ ਬਹੁਤ ਸਾਰੇ ਸੱਜਣਾ ਵੱਲੋਂ ਸੰਗਤ ਵੱਲੋਂ ਬੜੇ ਉਤਸ਼ਾਹ ਦੇ ਨਾਲ ਆਪਣਾ ਦਸਵੰਧ ਕੱਢਦੇ ਹੋਏ ਔਰ ਕਣਕ ਜਿਹੜੀ ਹੈ ਉਹ ਵੱਖ-ਵੱਖ ਲੰਗਰਾਂ ਵਿੱਚ ਸੱਚਖੰਡ ਸੀ ਦਰਬਾਰ ਸਾਹਿਬ ਵਿੱਚ ਭੇਜੀ ਗਈ ਹੈ। ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਬਹੁਤ ਸਾਰੀ ਮਦਦ ਕਰਕੇ ਆਪਣੇ ਸਾਰੇ ਹੀ ਉਹਨਾਂ ਦੇ ਹਲਕਾ ਇੰਚਾਰਜ ਸਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਬਹੁਤ ਹਿੰਮਤ ਕੀਤੀ ਹੈ ਔਰ ਸਾਰਿਆਂ ਨੇ ਇਹਦੇ ਵਿੱਚ ਆਪਣਾ ਬਹੁਤ ਵੱਡਾ ਜਿਹੜਾ ਯੋਗਦਾਨ ਪਾਇਆ। ਵੱਡੀ ਪੱਧਰ ਤੇ ਕਣਕ ਜਿਹੜੀ ਹੈ ਉਹ ਵੀ ਗੁਰਦੁਆਰਾ ਸਾਹਿਬਾਨ ਨੂੰ ਭੇਜੀ ਗਈ ਹੈ। ਹੁਣ ਦਾਲਾਂ ਵੀ ਜਾ ਰਹੀਆਂ ਨੇ, ਚੌਲ ਵੀ ਜਾ ਰਹੇ ਨੇ ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ, ਕਿਉਂਕਿ ਇਹ ਲੋਕਡਾਊਨ ਦੇ ਪਤਾ ਨਹੀਂ ਕਿੰਨਾ ਕੁ ਲੰਬਾ ਹੋ ਜਾਵੇਗਾ ਤਾਂ ਕਿ ਸਾਡੇ ਲੰਗਰ ਦੀ ਜਿਹੜੀ ਵਿਵਸਥਾ ਗੁਰੂ ਸਾਹਿਬ ਨੇ ਸਾਨੂੰ ਬਖਸ਼ ਕੀਤੀ ਹੈ ਉਹ ਲਗਾਤਾਰ ਜਿਹੜੀ ਹੈ ਉਹ ਚੱਲਦੀ ਰਹੇ। ਅੱਜ ਜੰਗਲ ਜਾਰੀ ਰਹਿਣਗੇ ਸਰ। ਪ੍ਰਧਾਨ ਸਾਹਿਬ ਇੱਕ ਸਵਾਲ ਹੈ। ਪਰਸੋਂ ਆਪਕਾ ਸਾਹਿਬ ਦੇ ਐਕਟਿਵ ਹੋਣ ਦਾ ਖਾਲਿਸਤਾਨ ਬਾਰੇ ਇਤਨੀ ਕਿ ਜੇ ਗੌਰਮੈਂਟ ਆਫ ਇੰਡੀਆ ਸਾਨੂੰ ਖਾਲਿਸਤਾਨ ਦਿੱਤੀ ਹੈ ਤਾਂ ਹਰ ਸਿੱਖ ਜਿਹੜਾ ਆ ਉਹ ਇਹਦੇ ਵਾਸਤੇ ਤਿਆਰ ਹੈ ਕਿ ਉਹ ਹੋਲੀ ਕਾਰਨ ਤੁਸੀਂ ਉਸ ਦੀ
ਗਵਰਨਮੈਂਟ ਆਫ ਇੰਡੀਆ ਕਦੋਂ ਦੇਗੀ ਜੇ ਨਹੀਂ ਦੇਗੀ ਤਾਂ ਕੀ ਸੰਘਰਸ਼ ਕਰੇਗੀ ਤੁਹਾਡੀ ਸ਼੍ਰੋਮਣੀ ਦੇਖੋ ਕਮੇਟੀ? ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਅੱਜ ਇਹਦੇ ਬਾਰੇ ਕੁਛ ਨਹੀਂ ਬੋਲਣਾ ਅੱਜ ਆਪਾਂ ਸਿਰਫ ਧਾਰਮਿਕ ਮੁੱਦਾ ਲੈ ਕੇ ਆਪਾਂ ਚੱਲ ਰਹੇ ਹਾਂ। ਸਰ ਮੇਰਾ ਤਾਂ ਐਸਾ ਕੋਈ ਕੋਈ ਸਵਾਲ ਹੈ ਸਵਾਲ ਹੈ ਅੱਜ ਅਸੀਂ ਧਾਰਮਿਕ ਮੁੱਦੇ मेरे सीनियर लीग का जो सवाल है। मैं उसके नाल ही पूछना चाहना थोड़ा की स्टैंड ਇਹਨਾਂ ਨੇ endorse थोड़ा की ਕੀਤਾ स्टैंड ਤੁਸੀਂ endorse ਕੀਤਾ ਸੀਗਾ व्हाट इज योर स्टैंड ਦੇਖੋ ਇਸ ਦੀ ਕਾਲ ਤਖਤ ਸਾਹਿਬ ਦਾ ਅਸੀਂ ਸਾਰਾ ਬਿਲਕੁਲ ਜੀ। ਮੰਗ ਤੁਹਾਡੇ ਕੋਲੋਂ ਦਿੱਤੀ ਗਈ ਹੈ ਉਹਨਾਂ ਨੇ ਜਵਾਬ ਦਿੱਤਾ नहीं थोड़ा एसजीपीसी का की स्टैंड ਰਾਜਕੁਮਾਰ ਵੇਰਕਾ ਨੇ ਕਿਹਾ ਕਿ ਲੈ ਕੇ ਰਹਾਂਗੇ ਥੋੜਾ ਤੋੜਿਆ ਜਾਨ ਉਹਦੇ ਨਾਲ ਕੀ ਕਹੋ ਦੇਖੋ ਗੱਲ ਇਹਦੇ ਅਰਥ ਕੋਈ ਮਰਜ਼ੀ ਹੋ ਕੱਢੀ ਜਾਵੇ ਹੱਥ ਪੱਖੋਂ ਪੁੱਕਰੇ ਕੱਢ ਲੈਣੇ ਲੋਕੀ सर सर मेरा तो सिंपल ਸੇਵਾ ਕਰ ਰਹੇ ਹਾਂ ਸਾਡਾ ਮੈਚ ਦੇ ਵੀ ਸੇਵਾ ਹੋ ਸਭ ਤੋਂ ਵੱਡੀ ਗੱਲ ਇਹ ਦੇਖੋ ਇੱਕ ਮੈਂ ਇਹ ਕਹਿਣਾ ਕਿ ਸਾਡੀ ਜਿਹੜੀ ਮੰਗ ਸੀ ਅਸੀਂ ਪਿਛਲੀ ਸਾਡੀ ਕਮੇਟੀ ਦੀ ਮੀਟਿੰਗ ਹੋਈ ਉਹਦੇ ਵਿੱਚ ਮੰਗ ਕੀਤੀ ਗਈ ਸੀ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ ਕਿ ਧਰਮ ਸਥਾਨ ਨੂੰ ਖੋਲ੍ਹਿਆ ਜਾਵੇ ਔਰ ਸਾਰੀ ਸਿੱਖ ਭਾਵਨਾ ਦੀ ਕਦਰ ਕਰਦੇ ਹੋਏ ਸਿੱਖ ਭਾਵਨਾ ਸਿਧਾਂਤਾਂ ਦੀ ਕਦਰ ਕਰਦੇ ਹੋਏ ਕਿ ਜਿਹੜੇ ਧਰਮ ਸਥਾਨ ਨੇ ਗੁਰੂ ਘਰ ਨੇ ਖੋਲ੍ਹੇ ਜਾਣ ਸੋ ਤੇ ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਧਰਮ ਸਥਾਨ ਦੇ ਖੋਲ੍ਹ ਦਿੱਤੇ ਨੇ ਇਹਦਾ ਅਸੀਂ ਸਵਾਗਤ ਵੀ ਕਰਦੇ ਹਾਂ ਔਰ ਇਹ ਵਧੀਆ ਫੈਸਲਾ ਉਹਨਾਂ ਨੇ ਕੀਤਾ सर सवाल तो छोड़ है ਤੇ ਬਾਕੀ ਅਸੀਂ ਜਿਹੜਾ प्लीज एक मिनट लड़ो नहीं सर मेरा तो सिंपल सवाल है कि चलो गवर्नमेंट ऑफ इंडिया ने देना तो है नहीं कि आप पीसफुली संघर्ष करते ਇਹ ਨਹੀਂ ਕੋਈ ਹੋਈ ਨਾ ਸਰਕਾਰ ਕੋਈ ਇਸ ਕਰ ਨਹੀਂ ਅੱਜ ਆਪਾਂ ਕੋਈ ਨਹੀਂ ਹੈ ਆਉਣਾ ਅੱਜ ਆਪਣਾ ਲੋਕਵਾਲ ਸਾਹਿਬ ਇੱਕ ਤੁਸੀਂ ਪ੍ਰਧਾਨ ਮੰਤਰੀ ਚਿੱਠੀ ਲਿਖੀ ਹੈ ਉਹ ਕੀ ਚਿੱਠੀ ਲਿਖੀ ਹੈ ਕੀ ਮੰਗ ਕਰ ਰਹੇ ਹੋ ਤੁਸੀਂ ਮੇਰੀ ਗੱਲ ਸੁਣੋ ਇਹ ਹੈ ਸਾਡੀ ਮਰਿਆਦਾ सर मैं तो सिंपल ਆਪਣੇ ਜਿਹੜਾ ਸਾਰੇ ਕਰਨਾ ਪਤਾ ਤਾਂ ਪੁੱਛ ਲਿਓ ਗੁਰਦੁਆਰੇ ਸਾਹਿਬ ਚ ਦੇਗ ਵੀ ਵਰਤਾਈ ਜਾਂਦੀ ਹੈ ਆਸਥਾ ਨੂੰ ਕੀਤੀ ਜਾਂਦੀ ਹੈ ਔਰ ਗੁਰੂ ਸਾਹਿਬ ਨੇ ਸਾਨੂੰ ਲੰਗਰ ਦੀ ਪ੍ਰਥਾ ਬਖਸ਼ੀ ਹੈ ਪਹਿਲਾ ਲੰਗਰ ਫੇਰ ਲੰਗਰ ਸੰਗਤ ਦੇ ਪੰਗਤ ਦਾ ਸਾਨੂੰ ਸਿਧਾਂਤ ਸੁਭਾਅ ਨੇ ਬਖਸ਼ਿਆ ਇਹ ਲਗਾਤਾਰ ਜਿੱਥੇ ਵੀ ਗੁਰੂ ਘਰ ਨੇ ਉੱਥੇ ਹਮੇਸ਼ਾ ਹੀ ਰਹਿੰਦਾ ਗਾ ਇਹ ਹਮੇਸ਼ਾ ਹੀ ਰਹੇਗਾ ਜੀ ਪਰ ਜਿਹੜੀ ਲੋਕਡਾਊਨ ਦੇ ਵਿੱਚ ਜਿਹੜੀ ਗਾਈਡਲਾਈਨ ਦਿੱਤੀ ਗਈ ਉਹਦੇ ਵਿੱਚ ਲਿਖਿਆ ਗਿਆ ਖਾਸ ਤੌਰ ਤੇ ਕਿ ਲੰਗਰ ਸੇਵਾ ਨਹੀਂ ਹੋਏਗੀ ਕਿਸੇ ਜਗ੍ਹਾ ਪ੍ਰਸ਼ਾਦ ਨਹੀਂ ਵੰਡਿਆ ਜਾਏਗਾ ਲੇਕਿਨ ਤੁਹਾਡੇ ਜਿਹੜੇ ਸਾਰੇ ਗੁਰਦੁਆਰਾ ਸਾਹਿਬ ਉੱਥੇ ਸਾਰੀ ਜਗ੍ਹਾ ਲੰਗਰ ਵੰਡਿਆ ਜਾ ਰਿਹਾ ਵਰਤਿਆ ਜਾ ਰਿਹਾ ਪ੍ਰਸ਼ਾਦ ਵੀ ਦਿੱਤਾ ਜਾ ਰਿਹਾ ਲੇਕਿਨ ਜਿਹੜਾ ਲੋਕਡਾਊਨ ਦਾ ਰੂਲਸ ਹੈ ਉਸ ਤੋਂ ਉਲਟ ਹੈਗਾ ਦੇਖੋ ਜਿਹੜੀ ਅਸੀਂ ਹਦਾਇਤਾਂ ਨੇ ਸਾਰੀਆਂ ਉਹ ਸੈਨੀਟਾਈਜ਼ਰ ਵੀ ਇਹ ਰੱਖਿਆ ਹੈਗਾ ਸੈਨੀਟਾਈਜ਼ਰ ਮਸ਼ੀਨਾਂ ਜਿਹੜੀਆਂ ਨੇ ਸਾਰੇ ਸਾਡੇ ਗੇਟਾਂ ਤੇ ਲਾਈਆਂ ਗਈਆਂ ਨੇ ਜੀ ਔਰ ਸੈਨੀਟਾਈਜ਼ਰ ਦੇ ਨਾਲ ਸਾਡੇ ਜਿਹੜੇ ਸੇਵਾਦਾਰ ਨੇ ਉਹ ਹੱਥ ਵੀ ਸਾਫ਼ ਕਰਾਉਂਦੇ ਨੇ ਸੋਸ਼ਲ ਡਿਸਟੈਂਸ ਵੀ ਰੱਖਿਆ ਜਾਏਗਾ ਮਾਸਕ ਵੀ ਹੈ ਉਹ ਸਾਰੇ ਕਰਨਗੇ ਜੋ ਇਸ ਤਰ੍ਹਾਂ ਮਰਿਆਦਾ ਦੀ ਗੱਲ ਹੈ ਉਹ ਮਰਿਆਦਾ ਸਾਡੀ ਜਿਹੜੀ ਹੈ ਉਸ ਤਰ੍ਹਾਂ ਬਦਲੀ ਨਹੀਂ ਜਾ ਗੁਰਦੁਆਰਾ ਦੇਗ ਵੀ ਬਣੂਗੀ ਸਰਦਾਰ ਵੀ ਹੋਊਗੀ ਲੰਗਰ ਵੀ ਬਣੇਗਾ ਲੰਗਰ ਤਾਂ ਉਦੋਂ ਚੱਲਣਾ ਕੀਰਤਨ ਉਹਨਾਂ ਨੇ ਕਿਹਾ ਸੀਗਾ ਕਿ ਲਾਈਵ ਕੀਰਤਨ ਨਹੀਂ ਹੋ ਰਹੀ ਹੈ ਉਹ ਵੀ ਹੋ ਲਾਈਵ ਕੀ ਫਿਰ ਮਰਿਆਦਾ ਚ ਹੈ ਜੇ ਆਪਾਂ ਕੱਪੜੇ ਪਾਵਾਂਗੇ ਨਾ ਫਿਰ ਢੱਕੀ ਫਿੱਟ ਹੈਗਾ ਜਾਣਾ ਜਿਵੇਂ ਵੱਡੇ ਹੋਏ ਗੁਰਦੁਆਰਾ ਖੁੱਲੂਗਾ ਮਹਾਰਾਜ ਪ੍ਰਕਾਸ਼ ਹੋਣਾ ਉਹਦੇ ਲਈ ਕੀਰਤਨ ਵੀ ਹੋਣਾ ਜਵਾਬ ਦੇਗ ਵੀ ਬਣਨੀ ਪ੍ਰਸਾਦ ਹੋਣੀ ਤੇ ਲੰਗਰ ਦੱਸੋ ਕਿਵੇਂ ਚੱਲੇਗਾ ਸਾਰਾ ਟਾਈਮ ਹੋ ਗਿਆ ਦੱਸੋ ਫਿਰ ਤਾਂ ਇਹ ਨਹੀਂ ਹੁੰਦਾ ਤਾਂ ਵੀ ਗੁਰੂ ਘਰ ਲੰਗਰਾਂ ਨੇ ਬਾਅਦ ਜਾਂਦਾ ਕਿ